ਹੈਲੋ ਫਰੈਂਡਸ, ਇਸ ਵੀਡੀਓ ਦੇ ਵਿੱਚ ਆਪਾਂ ਕੀ ਕਰਾਂਗੇ, ਡਾਇਨਮਿਕ ਰਾਊਟਿੰਗ ਐਲਗੋਰਿਦਮਸ। ਫਸਟ ਡਾਇਨਮਿਕ ਐਲਗੋਰਿਦਮ ਤੁਹਾਡਾ ਹੈਗਾ ਡਿਸਟੈਂਸ ਵੈਕਟਰ ਰਾਊਟਿੰਗ। ਡਿਸਟੈਂਸ ਵੈਕਟਰ ਰਾਊਟਿੰਗ ਐਲਗੋਰਿਦਮ ਕੀ ਹੈ? ਇਟ ਇਜ਼ ਇੰਟਰਾ ਡੋਮੇਨ ਰਾਊਟਿੰਗ ਪ੍ਰੋਟੋਕੋਲ। ਇੰਟਰਾ ਡੋਮੇਨ ਦਾ ਕੀ ਮਤਲਬ ਹੈ ਕਿ ਆਟੋਨੋਮਸ ਸਿਸਟਮ ਦੇ ਵਿੱਚ ਜਿੰਨੇ ਵੀ ਰਾਊਟਰਸ ਹੈ ਉਹਨਾਂ ਨੇ ਆਪਸ ਜੋ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਉਹ ਕਿਹਦੇ ਨਾਲ ਕਰਨਗੇ? ਵਿਦ ਦੀ ਹੈਲਪ ਆਫ ਡਿਸਟੈਂਸ ਵੈਕਟਰ ਰਾਊਟਿੰਗ। ਹੁਣ ਜਿੱਦਾਂ ਕਿ ਆਹ ਡਾਇਗਰਾਮ ਮੈਂ ਲਈ ਹੋਈ ਆ, ਦੇਖੋ ਇਹਦੇ ਵਿੱਚ ਕੀ ਹੈ, A B C D E 5 ਜਿਹੜੇ ਰਾਊਟਰਸ ਨੇ, ਔਰ ਜਿਹੜੀਆਂ ਲਾਈਨਸ ਨੇ ਉਹ ਕੀ ਲਿੰਕਸ ਹੈ। ਹੁਣ ਰਾਊਟਰਸ ਨੇ ਕੀ ਕਰਨਾ ਹੈ, ਆਪਸ ਦੇ ਵਿੱਚ ਕੀ ਹੈ ਜਿਹੜੀ ਵੀ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ। ਕਿਉਂ ਸ਼ੇਅਰ ਕਰਨੀ ਹੈ? ਤਾਂ ਕਿ ਉਹ ਕੀ ਹੈ, ਅਪਡੇਟ ਰਹਿਣ, ਉਹਨਾਂ ਨੂੰ ਇੱਕ ਦੂਜੇ ਬਾਰੇ ਪਤਾ ਲੱਗਦਾ ਰਹੇ। ਹੁਣ ਸਭ ਤੋਂ ਫਸਟ ਸਟੈਪ ਇਹਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਕੀ ਹੈ, ਆਪਾਂ ਹਰੇਕ ਰਾਊਟਰ ਦਾ ਟੇਬਲ ਬਣਾਵਾਂਗੇ। ਇਸ ਟੇਬਲ ਦੇ ਵਿੱਚ ਕੀ ਹੈ, ਟੂ ਮੀਨਸ ਕਿ ਜਦੋਂ ਆਪਾਂ ਚੱਲ ਰਹੇ ਹਾਂ ਸਟਾਰਟਿੰਗ ਕੋਸਟ ਕਿੰਨੀ ਹੈ ਉਸ ਨੋਡ ਤੋਂ, ਔਰ ਨੈਕਸਟ ਉਹਦਾ ਕਿਹੜਾ ਹੈਗਾ। ਹੁਣ ਜਿਵੇਂ ਆਪਾਂ A ਦਾ ਟੇਬਲ ਬਣਾਉਣਾ ਹੈ ਤਾਂ A ਕੀ ਹੈ, A ਦੀ A2 ਕੋਸਟ ਕੀ ਹੈ, 0, ਔਰ ਆਪਾਂ ਨੂੰ ਕਿਸੇ ਹੋਰ ਜਿਹੜੇ ਨੈਕਸਟ ਕਿਸੇ ਵੀ ਜਿਹੜੇ ਰਾਊਟਰ 'ਤੇ ਨਹੀਂ ਜਾਣਾ ਪੈ ਰਿਹਾ। A2 B ਕਿੰਨੀ ਹੈ, 5 ਕੋਸਟ। A to C 2 ਹੈ ਔਰ A to D ਜਿਹੜੀ ਹੈਗੀ ਹੈ ਕੋਸਟ 3 ਹੈ। ਹੁਣ A ਤੋਂ E ਡਾਇਰੈਕਟ ਲਿੰਕ ਨਹੀਂ ਹੈਗਾ ਤਾਂ ਆਪਾਂ ਨੂੰ ਕਿਹਦੇ ਥਰੂ ਆਪਾਂ ਜਾ ਰਹੇ ਹਾਂ, C ਦੇ ਥਰੂ ਜਾ ਰਹੇ ਹਾਂ। ਔਰ ਟੋਟਲ ਡਿਸਟੈਂਸ ਕਿੰਨਾ ਬਣ ਗਿਆ, ਟੋਟਲ ਕੋਸਟ ਕਿੰਨੀ ਬਣ ਗਈ, 2 + 4 6। ਤਾਂ ਇਹਦਾ A ਦਾ ਟੇਬਲ ਤੁਹਾਡਾ ਬਣ ਗਿਆ। ਇਵੇਂ ਤੁਹਾਡਾ B ਦਾ ਟੇਬਲ ਤੁਸੀਂ ਬਣਾ ਲਓਗੇ। A ਤੋਂ ਜਿਹੜਾ ਹੈਗਾ B ਦਾ ਡਿਸਟੈਂਸ 5, B ਤੋਂ B 0, B ਤੋਂ C 4, B ਤੋਂ D ਡਾਇਰੈਕਟ ਲਿੰਕ ਨਹੀਂ ਹੈਗਾ ਤਾਂ ਆਪਾਂ B ਤੋਂ ਜਿਹੜਾ ਹੈਗਾ A ਦੇ ਥਰੂ ਜਾਵਾਂਗੇ। ਤਾਂ ਨੈਕਸਟ ਜਿਹੜਾ A ਲਿਖਿਆ ਹੋਇਆ ਆਪਾਂ ਉਹਦੀ ਕੋਸਟ ਹੈਗੀ 8 ਆ ਗਈ, ਔਰ E ਤੋਂ B ਦਾ ਡਿਸਟੈਂਸ ਹੈਗਾ 3। ਇਵੇਂ ਆਪਾਂ ਸੇਮ D ਦਾ ਟੇਬਲ ਬਣ ਜੂਗਾ ਔਰ C ਦਾ ਟੇਬਲ ਬਣ ਜੂਗਾ, ਔਰ E ਦਾ ਟੇਬਲ ਵੀ ਤੁਹਾਡਾ ਜਿਹੜਾ ਹੈਗਾ ਜਿੰਨੇ ਵੀ ਰਾਊਟਰਸ ਆ ਉਹਨਾਂ ਸਭ ਦੇ ਟੇਬਲ ਕ੍ਰੀਏਟ ਹੋ ਜਾਣਗੇ। ਹੁਣ ਇਹੀ ਦੇਖੋ ਐਕਸਪਲੇਨੇਸ਼ਨ ਦੇ ਵਿੱਚ ਵੀ ਮੈਂ ਲਿਖਿਆ ਹੋਇਆ ਹੈ ਕਿ ਲੀਸਟ ਕਾਸਟ ਰੂਟ ਜਿਹੜਾ ਹੈਗਾ ਟੂ ਨੋਡਸ ਦੇ ਵਿੱਚ ਇਜ਼ ਦਾ ਰੂਟ ਬਿਟਵੀਨ ਮਿਨੀਮਮ ਡਿਸਟੈਂਸ। ਜਿੰਨਾ ਲੀਸਟ ਕਾਸਟ ਡਿਸਟੈਂਸ ਹੋਊਗਾ ਉਹ ਤੁਹਾਡਾ ਮਿਨੀਮਮ ਡਿਸਟੈਂਸ ਬਣੂਗਾ। ਈਚ ਨੋਡ ਮੇਨਟੇਨਸ ਏ ਵੈਕਟਰ ਟੇਬਲ। ਹਰੇਕ ਨੋਡ ਨੇ ਆਪਦਾ ਕੀ ਹੈ, ਮਿਨੀਮਮ ਡਿਸਟੈਂਸ ਦਾ ਇੱਕ ਟੇਬਲ ਬਣਾ ਲੈਣਾ ਹੈ। ਦ ਟੇਬਲ ਐਚ ਈਚ ਨੋਡ ਆਲਸੋ ਗਾਈਡਸ ਦਾ ਪੈਕੇਟ ਟੂ ਡਿਜ਼ਾਇਰਡ ਨੋਡ ਬਾਈ ਸ਼ੋਇੰਗ ਦਾ ਨੈਕਸਟ ਹੋਪ। ਜਿਹੜਾ ਉਹ ਟੇਬਲ ਹੈ ਤੁਹਾਨੂੰ ਦੱਸੂਗਾ ਕਿ ਹਰੇਕ ਪੈਕੇਟ ਕਿਹੜੇ ਨੋਡ ਦੇ ਥਰੂ ਕਿੱਥੇ ਜਾਣਾ। ਐਗਜ਼ਾਮਪਲ ਜਿਵੇਂ ਮੈਂ ਲਈ ਹੋਈ ਹੈ, ਜਿਵੇਂ ਆਪਾਂ ਕਹਿ ਰਹੇ ਹਾਂ ਕਿ ਹਰੇਕ ਨੋਡ ਨੂੰ ਆਪਾਂ ਸਿਟੀਜ਼ ਦੀ ਜਿਹੜੀ ਹੈਗੀ ਹੈ ਸਿਟੀਜ਼ ਕਹਿਤਾ, ਅਤੇ ਲਾਈਨਸ ਜਿਹੜੀਆਂ ਤੁਹਾਡੀਆਂ ਰੋਡਸ ਹੈ ਜਿਹੜੀਆਂ ਉਹਨਾਂ ਨੂੰ ਸਿਟੀਜ਼ ਨੂੰ ਆਪਸ 'ਚ ਕਨੈਕਟ ਕਰ ਰਹੀਆਂ। ਹੁਣ ਆਪਾਂ ਕਿਸੇ ਇੱਕ ਨੇ ਕਿਸੇ ਦੂਸਰੀ ਸਿਟੀ 'ਤੇ ਜਾਣਾ ਤਾਂ ਹਰ ਕੋਈ ਕੀ ਹੈ ਜਿਹੜਾ ਹੈਗਾ ਹੋਰ ਡਿਫਰੈਂਟ ਰੂਟ ਵੀ ਫੋਲੋ ਕਰ ਸਕਦਾ। ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ, ਇਨੀਸ਼ੀਅਲਾਈਜੇਸ਼ਨ ਆਫ ਟੇਬਲ ਇਨ ਡਿਸਟੈਂਸ ਵੈਕਟਰ ਰਾਊਟਿੰਗ ਦੇ ਵਿੱਚ ਇਨੀਸ਼ੀਅਲਾਈਜੇਸ਼ਨ ਦੇ ਵਿੱਚ ਕੀ ਹੈ, ਜਿਹੜੇ ਦਾ ਡਾਇਰੈਕਟ ਕਨੈਕਟ ਹੈ, ਜਿਵੇਂ A to A ਡਿਸਟੈਂਸ 0 ਹੋ ਗਿਆ, A to B ਡਾਇਰੈਕਟ ਕਨੈਕਟ ਹੈ 5 ਆ ਗਿਆ, A to C ਡਾਇਰੈਕਟ ਕਨੈਕਟ ਹੈਗਾ, ਮਤਲਬ ਕਿ A ਦੇ ਜਿਹੜੇ ਨੇਬਰਸ ਨੇ, ਇਹ ਜਿਹੜੇ ਨੇਬਰਸ ਹੈ A ਨਾਲ ਡਾਇਰੈਕਟ ਕਨੈਕਟ ਹੈ, ਉਹਨਾਂ ਦਾ ਆਪਾਂ ਡਿਸਟੈਂਸ ਲਿਖਤਾ। E ਜਿਹੜਾ A ਦੇ ਨਾਲ ਡਾਇਰੈਕਟਲੀ ਕਨੈਕਟਡ ਨਹੀਂ ਹੈ ਤਾਂ ਉੱਥੇ ਆਪਾਂ ਕੀ ਦੇਖ ਲੈਣਾ, ਇਨਫਾਈਨਾਈਟ। ਜਿਹੜੀ ਹੁਣ ਆਪਾਂ ਟੇਬਲਸ ਵਿੱਚ ਕੀ ਕਰ ਰਹੇ ਹਾਂ ਕਿ ਜਿਹੜੇ ਦਾ ਡਾਇਰੈਕਟ ਕਨੈਕਟ ਹੈ ਜਿਹੜੇ ਵੀ ਰਾਊਟਰ ਦੇ ਨਾਲ, ਜਿਵੇਂ ਆਪਾਂ A ਦਾ ਬਣਾ ਰਹੇ ਹਾਂ ਤਾਂ A ਦੇ ਨਾਲ ਜਿਹਦਾ ਜਿਹੜੇ ਡਾਇਰੈਕਟ ਨੇਬਰਸ ਹੈਗੇ ਆ ਉਹਨਾਂ ਦਾ ਆਪਾਂ ਡਿਸਟੈਂਸ ਲਿਖ ਦੇਣਾ ਹੈ। ਬਾਕੀ ਆਪਾਂ ਕੀ ਕਰਨੇ ਆ, ਇਨਫਾਈਨਾਈਟ ਵੈਲਿਊ ਲਿਖ ਦੇਣਾ ਹੈ। ਹੁਣ E ਜਿਹੜਾ ਹੈਗਾ A ਦੇ ਨਾਲ ਡਾਇਰੈਕਟ ਕਨੈਕਟ ਨਹੀਂ ਹੈ ਤਾਂ ਆਪਾਂ E ਦੇ ਅੱਗੇ ਇਨਫਾਈਨਾਈਟ ਲਿਖਤਾ। ਇਵੇਂ ਸੇਮ ਦੇਖੋ B ਦੇ ਟੇਬਲ ਦੇ ਵਿੱਚ ਦੇਖ ਲਓ, A ਤੋਂ ਡਿਸਟੈਂਸ ਹੈਗਾ 5 B ਦਾ, B ਤੋਂ B ਦਾ 0, B ਤੋਂ C 4 ਹੈ। ਹੁਣ B ਜਿਹੜਾ D ਦੇ ਨਾਲ ਡਾਇਰੈਕਟ ਕਨੈਕਟ ਨਹੀਂ ਹੈ ਤਾਂ ਆਪਾਂ D ਦੇ ਅੱਗੇ ਕੀ ਲਿਖਤਾ, ਇਨਫਾਈਨਾਈਟ। ਔਰ E ਦਾ ਜਿਹੜਾ ਹੈਗਾ ਡਾਇਰੈਕਟ ਕਨੈਕਟ ਹੈ B ਦੇ ਨਾਲ, E ਡਾਇਰੈਕਟ ਨੇਬਰ ਹੈਗਾ B ਦਾ ਤਾਂ ਆਪਾਂ E ਦਾ ਡਿਸਟੈਂਸ ਲਿਖਤਾ 3। ਇਵੇਂ ਆਪਾਂ D ਦਾ ਟੇਬਲ ਬਣਾ ਲੈਣਾ ਹੈ, C ਦਾ ਟੇਬਲ ਵੀ ਬਣਾ ਲੈਣਾ ਅਤੇ E ਦਾ ਟੇਬਲ ਵੀ ਬਣਾ ਲੈਣਾ ਹੈ। ਇਹਨੂੰ ਕਹਿੰਦੇ ਇਨੀਸ਼ੀਅਲਾਈਜੇਸ਼ਨ ਆਫ ਟੇਬਲ ਇਨ ਡਿਸਟੈਂਸ ਵੈਕਟਰ ਰਾਊਟਿੰਗ। ਟੇਬਲ ਇਨ ਫਿਗਰ ਆਰ ਸਟੇਬਲ, ਈਚ ਨੋਡ ਨੋਜ਼ ਹਾਊ ਟੂ ਰੀਚ ਐਨੀ ਅਦਰ ਨੋਡ। ਆਪਾਂ ਨੂੰ ਪਤਾ ਲੱਗ ਗਿਆ ਵੀ ਕਿਹੜੇ ਨੋਡ ਨੇ ਕਿਹਦੇ ਥਰੂ ਨਾਲ ਜਾਣਾ ਹੈ, ਉਹਦੀ ਕੋਸਟ ਪਤਾ ਲੱਗ ਗਈ। ਐਟ ਦਾ ਬਿਗਨਿੰਗ ਈਚ ਨੋਡ ਨੋ ਦਾ ਕੋਸਟ ਆਫ ਇਟਸੈਲਫ, ਆਪਦੀ ਕੋਸਟ ਉਹਨੂੰ ਪਤਾ ਚੱਲ ਗਈ, ਔਰ ਉਹਦੇ ਇਮੀਡੀਏਟ ਨੇਬਰ ਦੀ ਵੀ ਕੋਸਟ ਪਤਾ ਚੱਲ ਗਈ। ਅਸਿਊਮ ਦੈਟ ਈਚ ਨੋਡ ਸੈਂਡ ਏ ਮੈਸੇਜ ਟੂ ਇਮੀਡੀਏਟ ਨੇਬਰ ਐਂਡ ਫਾਈਂਡ ਦ ਡਿਸਟੈਂਸ ਬਿਟਵੀਨ ਇਟਸੈਲਫ ਐਂਡ ਦੀਜ਼ ਨੇਬਰਸ। ਜੇ ਮਤਲਬ ਡਾਇਰੈਕਟ ਕਨੈਕਟ ਨਹੀਂ ਹੈ ਤਾਂ ਆਪਾਂ ਉਹਦੇ ਅੱਗੇ ਕੀ ਲਿਖ ਦੇਣਾ, ਇਨਫਾਈਨਾਈਟ।
ਉਸ ਤੋਂ ਨੈਕਸਟ ਸਟੈਪ ਤੁਹਾਡਾ ਹੈਗਾ ਸ਼ੇਅਰਿੰਗ। ਸ਼ੇਅਰਿੰਗ ਦੇ ਵਿੱਚ ਕੀ ਹੈ, ਦੇਖੋ ਹਰੇਕ ਨੋਡ ਦੇ ਨਾਲ ਡਾਇਰੈਕਟ ਕਨੈਕਟ ਨਹੀਂ ਹੈ। ਜਿਵੇਂ ਕਿ ਤੁਹਾਡੀ ਐਗਜ਼ਾਮਪਲ ਦੇ ਵਿੱਚ ਕੀ ਸੀਗਾ, ਏ ਡਾਇਰੈਕਟ ਕਨੈਕਟ ਨਹੀਂ ਗਾ ਈ ਨਾਲ, ਤਾਂ ਏ ਨੂੰ ਈ ਦਾ ਡਿਸਟੈਂਸ ਨਹੀਂ ਪਤਾ ਚੱਲ ਸਕਦਾ, ਪਰ ਏ ਨੂੰ ਕਿਹਦੇ ਥਰੂ ਪਤਾ ਚੱਲ ਸਕਦਾ, ਸੀ ਦੇ ਥਰੂ ਪਤਾ ਚੱਲ ਸਕਦਾ, ਕਿਉਂਕਿ ਏ ਸੀ ਦੇ ਨਾਲ ਡਾਇਰੈਕਟ ਕਨੈਕਟ ਹੈਗਾ। ਤਾਂ ਆਪਾਂ ਕੀ ਕਰਾਂਗੇ, ਇਹਨਾਂ ਦੀ ਆਪਸ 'ਚ ਸ਼ੇਅਰਿੰਗ ਕਰਵਾਵਾਂਗੇ। ਹੁਣ ਏ ਨੂੰ ਡਿਸਟੈਂਸ ਨਹੀਂ ਪਤਾ ਈ ਦਾ, ਪਰ ਨੋਡ ਸੀ ਨੂੰ ਪਤਾ। ਜੇ ਆਪਾਂ ਨੋਡ ਸੀ ਦਾ ਸ਼ੇਅਰ ਕਰ ਲਈਏ ਰਾਊਟਿੰਗ ਟੇਬਲ ਏ ਦੇ ਨਾਲ, ਤਾਂ ਆਪਾਂ ਨੂੰ ਕੀ ਹੈ, ਈ ਦਾ ਡਿਸਟੈਂਸ ਵੀ ਪਤਾ ਚੱਲ ਜੂਗਾ। ਉਵੇਂ ਹੀ ਸੇਮ ਐਗਜ਼ਾਮਪਲ, ਜਿਵੇਂ ਨੋਡ ਸੀ ਹੈ, ਉਹਨੂੰ ਡਿਸਟੈਂਸ ਨਹੀਂ ਪਤਾ ਨੋਡ ਡੀ ਦਾ, ਪਰ ਏ ਨੂੰ ਪਤਾ ਹੈ, ਤਾਂ ਆਪਾਂ ਨੋਡ ਏ ਕੀ ਸ਼ੇਅਰ ਕਰੂਗਾ ਆਪਦਾ ਰਾਊਟਿੰਗ ਟੇਬਲ ਸੀ ਦੇ ਨਾਲ, ਤਾਂ ਨੋਡ ਸੀ ਨੂੰ ਵੀ ਪਤਾ ਚੱਲ ਜੂਗਾ ਕਿ ਕਿਵੇਂ ਡੀ ਤੱਕ ਪਹੁੰਚਣਾ ਹੈ। ਤਾਂ ਇਵੇਂ ਇਹਦੇ 'ਚ ਕੀ ਹੈ, ਏ ਤੇ ਜਿਵੇਂ ਨੋਡ ਏ ਐਂਡ ਸੀ ਆਰ ਇਮੀਡੀਏਟ ਨੇਬਰ ਹੈ, ਤੇ ਆਪਣੀ ਜਿਹੜੀ ਹੈਗੀ ਰਾਊਟਿੰਗ ਟੇਬਲਸ ਜਿਹੜੇ ਹੈਗੇ ਇੰਪਰੂਵ ਕਰ ਸਕਦੇ ਆ ਇੱਕ ਦੂਜੇ ਦੀ ਹੈਲਪ ਕਰਕੇ। ਤਾਂ ਇਸ ਲਈ ਇਹਦੇ ਵਿੱਚ ਕੀ ਕੀਤੀ ਜਾਂਦੀ ਹੈ, ਸ਼ੇਅਰਿੰਗ ਕੀਤੀ ਜਾਂਦੀ ਹੈ। ਪਰ ਸ਼ੇਅਰਿੰਗ ਦੇ ਵਿੱਚ ਪ੍ਰੋਬਲਮ ਇੱਕ ਆਉਂਦੀ ਹੈ ਕਿ ਆਪਾਂ ਦੇਖਣਾ ਹੈ ਕਿ ਕਿੰਨਾ ਕੁ ਟੇਬਲ ਆਪਾਂ ਸ਼ੇਅਰ ਕਰਨਾ। ਆਪਾਂ ਨੂੰ ਸਾਰਾ ਇੰਟਾਇਰ ਦਾ ਇੰਟਾਇਰ ਟੇਬਲ ਸ਼ੇਅਰ ਕਰਨ ਦੀ ਲੋੜ ਨਹੀਂ ਨੇਬਰ ਦੇ ਨਾਲ, ਕਿਉਂਕਿ ਨੇਬਰ ਆਪਣੇ ਆਪ ਡਿਸਾਈਡ ਕਰੂਗਾ ਕਿ ਕਿਹੜਾ ਪਾਰਟ ਉਹਨੇ ਟੇਬਲ ਦਾ ਲੈਣਾ ਹੈ, ਕਿਹੜਾ ਪਾਰਟ ਸ਼ੇਅਰ ਕਰਨਾ ਹੈ, ਕਿਹੜੇ ਪਾਰਟ ਨੂੰ ਉਹਨੇ ਡਿਸਕਾਰਡ ਕਰਨਾ ਹੈ। ਤਾਂ ਸ਼ੇਅਰਿੰਗ ਦੇ ਵਿੱਚ ਕੀ ਹੈ, ਸਿਰਫ ਫਸਟ 2 ਕਾਲਮਸ ਜਿਹੜੇ ਟੇਬਲ ਦੇ ਤੁਹਾਡੇ ਸ਼ੇਅਰ ਹੁੰਦੇ ਆ। ਹੁਣ ਉਹ ਸ਼ੇਅਰਿੰਗ ਤੋਂ ਬਾਅਦ ਕੀ ਹੈ, ਅਪਡੇਸ਼ਨ ਹੋਣੀ ਹੈ। ਅਪਡੇਸ਼ਨ ਕਿਵੇਂ ਹੋਣੀ ਹੈ, ਸਭ ਤੋਂ ਪਹਿਲਾਂ ਆਪਾਂ ਜੋ ਸੀ ਦਾ ਟੇਬਲ ਬਣਾਇਆ ਸੀ ਉਹ ਆਪਾਂ ਲਿਖ ਲਿਆ, ਸੀ ਤੋਂ ਜੋ ਆਪਾਂ ਰਿਸੀਵ ਕੀਤਾ ਸੀ। ਸੀ ਦੇ ਵਿੱਚ ਸੀ ਦਾ ਜਿਹੜਾ ਟੇਬਲ ਸੀ ਉਹਦੇ ਵਿੱਚ ਕੀ ਸੀ, ਏ ਤੋਂ ਸੀ ਦੀ ਕਾਸਟ 2 ਸੀ, ਬੀ ਤੋਂ ਸੀ ਦੀ ਕਾਸਟ 4, ਸੀ ਤੋਂ ਸੀ ਦੀ 0, ਸੀ ਦੇ ਡਾਇਰੈਕਟ ਡੀ ਦੇ ਨਾਲ ਲਿੰਕ ਨਹੀਂ ਹੈਗਾ, ਇਸ ਕਰਕੇ ਆਪਾਂ ਇਨਫਾਈਨਾਈਟ ਲਿਖਤਾ। ਸੀ ਤੋਂ ਈ ਦਾ ਜਿਹੜਾ ਹੈਗਾ ਉਹ 4 ਹੈ ਡਿਸਟੈਂਸ। ਤਾਂ ਹੁਣ ਆਪਾਂ ਕੀ ਕਰਨਾ, ਉਸ ਤੋਂ ਬਾਅਦ ਆਪਾਂ ਬਣਾਉਣਾ ਏ ਦਾ ਮੋਡੀਫਾਈਡ ਟੇਬਲ। ਏ ਦੇ ਮੋਡੀਫਾਈਡ ਟੇਬਲ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ, ਦੇਖੋ ਜੋ ਆਪਾਂ ਰਿਸੀਵ ਕੀਤਾ ਸੀ ਤੋਂ, ਤੇ ਏ ਤੋਂ ਸੀ ਡਿਸਟੈਂਸ ਕਿੰਨਾ ਹੈਗਾ, 2 ਹੈ। ਤਾਂ ਆਪਾਂ ਕੀ ਕਰਾਂਗੇ, ਉਹਦੇ ਵਿੱਚ ਸਾਰਿਆਂ ਦੀ ਕਾਸਟ ਦੇ ਵਿੱਚ 2 ਐਡ ਕਰ ਦੇਣਾ ਹੈ। A2 C, A2 ਜਿਹੜਾ ਹੈਗਾ ਕਾਸਟ ਆਪਾਂ ਦੇਖੋ 4 ਕਰਤੀ, ਮਤਲਬ ਆਪਾਂ ਸੀ ਦੇ ਥਰੂ ਜਾ ਰਹੇ ਹਾਂ ਸਭ ਦੇ। B ਤੋਂ ਹੋ ਗਿਆ 4 + 2 6 ਆ ਗਿਆ, C ਤੋਂ 0 + 2 2 ਆ ਗਿਆ, D ਇਨਫਾਈਨਾਈਟ ਸੀਗਾ, ਇਸ ਕਰਕੇ ਇਨਫਾਈਨਾਈਟ ਦੇ ਵਿੱਚ ਕੁਝ ਵੀ ਐਡ ਕਰੀਏ ਤਾਂ ਇਨਫਾਈਨਾਈਟ ਹੁੰਦਾ, ਇਸ ਕਰਕੇ ਇਹ 'ਤੇ ਇਨਫਾਈਨਾਈਟ ਹੀ ਰਹੂਗਾ। E ਦਾ ਹੋ ਗਿਆ 4 + 2 6, ਇਹ ਤੁਹਾਡਾ A ਦਾ ਮੋਡੀਫਾਈਡ ਟੇਬਲ ਹੋ ਗਿਆ। ਤੇ A ਦਾ ਜਿਹੜਾ 올ਡ ਟੇਬਲ ਸੀ, ਪੁਰਾਣਾ ਟੇਬਲ ਸੀ ਜਿਹੜਾ, ਉਹ ਆਪਾਂ ਪਿੱਛੋਂ ਚੱਕ ਲੈਣਾ। A ਦਾ A2 ਡਿਸਟੈਂਸ 0, A ਦਾ B ਦੇ ਨਾਲ 5, A ਦਾ C ਨਾਲ 2, A ਦਾ D ਦੇ ਨਾਲ 3, A ਦਾ D ਦੇ ਨਾਲ ਡਾਇਰੈਕਟ ਲਿੰਕ ਨਹੀਂ ਹੈਗਾ, ਇਸ ਕਰਕੇ ਆਪਾਂ ਲਿਖਾਂਗੇ ਇਨਫਾਈਨਾਈਟ। ਇਹ ਤੁਹਾਡਾ A ਦਾ 올ਡ ਟੇਬਲ ਹੋ ਗਿਆ। ਹੁਣ ਆਪਾਂ ਦੋਨਾਂ ਨੂੰ ਕੰਪੇਅਰ ਕੀਤਾ, ਦੋਨਾਂ ਨੂੰ ਕੰਪੇਅਰ ਕਰਕੇ ਜਿੱਥੇ ਜਿੱਥੇ ਆਪਾਂ ਨੂੰ ਸ਼ਾਰਟੈਸਟ ਡਿਸਟੈਂਸ ਮਿਲੀ ਜਾਣਾ ਉਹ ਆਪਾਂ ਲਿਖ ਲੈਣਾ। ਜਿਵੇਂ A ਦੇ ਮੋਡੀਫਾਈਡ ਟੇਬਲ ਦੇ ਵਿੱਚ 4 ਹੈ ਕਾਸਟ, ਪਰ ਇੱਥੇ 0 ਹੈ, ਤਾਂ ਆਪਾਂ 0 ਚੱਕਾਂਗੇ, ਮਤਲਬ ਕਿ ਜਿਹੜੀ ਮਿਨੀਮਮ ਕਾਸਟ ਹੈ ਉਹ ਤੁਸੀਂ ਚੁੱਕ ਲੈਣੀ ਹੈ। B ਤੋਂ ਜਿਹੜਾ ਹੈਗਾ 6 ਹੈ, ਮੋਡੀਫਾਈਡ ਟੇਬਲ 'ਚ 올ਡ ਟੇਬਲ 'ਚ 5 ਹੈ, ਆਪਾਂ 5 ਵੈਲਿਊ ਲੈ ਲਈ, ਫਿਰ 2 ਲੈ ਲਈ। ਫਿਰ D ਜਗ੍ਹਾ 'ਤੇ ਦੇਖੋ, ਇੱਕ ਜਗ੍ਹਾ 'ਤੇ ਮੋਡੀਫਾਈਡ ਟੇਬਲ 'ਚ ਇਨਫਾਈਨਾਈਟ ਹੈ, ਪਰ 올ਡ ਟੇਬਲ 'ਚ 3 ਹੈ, ਤਾਂ ਨੈਚੁਰਲੀ 3 ਜਿਹੜੀ ਹੈਗੀ ਸਮੋਲ ਹੈ ਇਨਫਾਈਨਾਈਟ ਨਾਲੋਂ, ਤਾਂ ਆਪਾਂ 3 ਚੱਕਾਂਗੇ। ਇਵੇਂ ਆਪਾਂ E ਦੇ ਵਿੱਚ 6 ਦੀ ਵੈਲਿਊ ਲੈ ਲਈ, ਕਿਹਦੇ ਥਰੂ ਜਾ ਰਹੇ ਹਾਂ, ਆਪਾਂ C ਦੇ ਥਰੂ ਜਾ ਰਹੇ ਹਾਂ। ਤਾਂ ਇਹ ਜਿਹੜਾ ਬਣ ਗਿਆ A ਦਾ ਨਵਾਂ ਟੇਬਲ, ਮਤਲਬ ਕਿ A ਦਾ ਨਿਊ ਟੇਬਲ ਤੁਹਾਡਾ ਕ੍ਰੀਏਟ ਹੋਊਗਾ ਵਿਦ ਮਿਨੀਮਮ ਸ਼ਾਰਟੈਸਟ ਡਿਸਟੈਂਸ। ਤਾਂ ਇੱਦਾਂ ਹੀ ਆਪਾਂ ਹਰੇਕ ਰਾਊਟਰ ਦਾ ਕੀ ਹੈ, ਇੱਕ ਮਿਨੀਮਮ ਡਿਸਟੈਂਸ ਵਾਲਾ ਜਿਹੜਾ ਹੈਗਾ ਨਵਾਂ ਟੇਬਲ ਕ੍ਰੀਏਟ ਕਰ ਲੈਣਾ। ਤਾਂ ਜਦੋਂ ਜਿਵੇਂ ਸਾਰੇ ਤੁਹਾਡੇ ਟੇਬਲਸ ਕ੍ਰੀਏਟ ਹੋ ਜਾਣਗੇ, ਸਾਰੀਆਂ ਅਪਡੇਸ਼ਨਸ ਹੋ ਜਾਣਗੀਆਂ, ਜਿੰਨੇ ਵਾਰ ਵੀ ਆਪਾਂ ਨੰਬਰ ਆਫ ਟਾਈਮਸ ਇਹ ਚੀਜ਼ ਕਰੀ ਜਾਵਾਂਗੇ, ਤਾਂ ਉਸ ਤੋਂ ਬਾਅਦ ਕੀ ਸਾਰੇ ਰਾਊਟਰਸ ਦੀ ਇਨਫੋਰਮੇਸ਼ਨ ਇੱਕ ਦੂਜੇ ਕੋਲ ਪਹੁੰਚ ਜੂਗੀ ਵਿਦ ਮਿਨੀਮਮ ਵੈਲਿਊ ਤੁਹਾਡੀ ਅਪਡੇਟ ਹੋ ਜੂਗੀ। ਹੁਣ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਥੇ ਅਪਡੇਸ਼ਨ ਕਰਨੀਆਂ ਤਾਂ ਤੁਹਾਡਾ ਕੰਮ ਖਤਮ ਹੋ ਗਿਆ। ਕੀ ਹੈ ਇਹਦੇ ਵਿੱਚ, ਕੀ ਹੈ ਜਿਹੜੇ ਇਹ ਮਤਲਬ ਕਿ ਐਲਗੋਰਿਦਮ ਹੁੰਦੇ, ਇਹਦੇ 'ਚ ਕੀ ਹੈ, ਅਪਡੇਸ਼ਨਸ ਲਗਾਤਾਰ ਹੁੰਦੀਆਂ ਰਹਿੰਦੀਆਂ, ਕਿਉਂਕਿ ਕਦੇ ਵੀ ਨੈਟਵਰਕ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਸਕਦੀ ਹੈ। ਕਦੇ ਕੋਈ ਲਿੰਕ ਟੁੱਟ ਗਿਆ, ਕਦੇ ਕਿਸੇ ਦੀ ਕਾਸਟ ਇਨਕਰੀਜ਼ ਹੋ ਗਈ ਜਾਂ ਡਿਕਰੀਜ਼ ਹੋ ਗਈ, ਤਾਂ ਇੱਕ ਵਾਰ ਆਪਾਂ ਮਿਨੀਮਮ ਡਿਸਟੈਂਸ ਕੱਢ ਲਿਆ, ਤਾਂ ਪਰ ਇਹ ਅਪਡੇਸ਼ਨਸ ਜਿਹੜੀਆਂ ਹੈਗੀਆਂ ਨੈਟਵਰਕ ਦੇ ਅੰਦਰ ਜਿਹੜੀਆਂ ਹੈਗੀਆਂ ਲਗਾਤਾਰ ਹੁੰਦੀਆਂ ਹੀ ਰਹਿੰਦੀਆਂ। ਹੁਣ ਤੁਹਾਡੇ ਕੋਲ ਜਿਹੜਾ ਹੈਗਾ ਮਿਨੀਮਮ ਡਿਸਟੈਂਸ ਸਾਨੂੰ ਕੱਢਣਾ ਆ ਗਿਆ ਡਿਸਟੈਂਸ ਵੈਕਟਰ ਰਾਊਟਿੰਗ ਦੇ ਨਾਲ। ਹਾਂਜੀ, ਅਪਡੇਸ਼ਨ ਕਰਕੇ ਹੁਣ ਆਪਾਂ ਨਵੇਂ ਟੇਬਲ ਕ੍ਰੀਏਟ ਕਰ ਲਏ। ਉਸ ਤੋਂ ਬਾਅਦ ਮੈਂ ਅਪਡੇਸ਼ਨ ਦੀ ਐਕਸਪਲੇਨੇਸ਼ਨ ਦਿੱਤੀ ਹੋਈ ਹੈ। ਦੇਖੋ, ਰਿਸੀਵਿੰਗ ਨੋਡ ਨੀਡਸ ਟੂ ਐਡ ਦਾ ਕਾਸਟ ਬਿਟਵੀਨ ਇਟਸੈਲਫ, ਆਪਦੀ ਜਿਹੜੀ ਕਾਸਟ ਹੈ, ਔਰ ਸੈਂਡਿੰਗ ਨੋਡ ਟੂ ਈਚ ਵੈਲਿਊ ਇਨ ਦਾ ਸੈਕਿੰਡ ਕਾਲਮ। ਜਿਵੇਂ ਫॉर ਐਗਜ਼ਾਮਪਲ ਮੈਂ C ਜਿਹੜਾ ਕਲੇਮ ਕਰਦਾ ਕਿ ਡਿਸਟੈਂਸ ਉਹਦੇ ਡੈਸਟੀਨੇਸ਼ਨ ਤੋਂ x ਹੈ,
ਤੇ ਡਿਸਟੈਂਸ ਬਿਟਵੀਨ A ਜਿਹੜਾ ਹੈਗਾ ਉਹ y ਹੈ, ਤਾਂ ਆਪਾਂ ਡਿਸਟੈਂਸ ਬਿਟਵੀਨ A ਐਂਡ ਦੈਟ ਡੈਸਟੀਨੇਸ਼ਨ ਵਾਇਆ C ਆਪਾਂ ਕੀ ਕਰਨਾ ਹੈ x + y ਦੋਨਾਂ ਨੂੰ ਐਡ ਕਰ ਦੇਣਾ ਹੈ। ਜਿਵੇਂ ਆਪਾਂ ਪਿਛਲੀ ਸਲਾਈਡ ਦੇ ਵਿੱਚ A ਤੇ ਜਿਹੜਾ ਹੈਗਾ C ਦਾ ਟੇਬਲ ਬਣਾ ਕੇ ਉਹਨੂੰ ਵਿੱਚ ਵੈਲਿਊ ਐਡ ਕੀਤੀ ਹੈ। ਰਿਸੀਵਿੰਗ ਨੋਡ ਨੀਡਸ ਟੂ ਐਡ ਦ ਨੇਮ ਆਫ ਸੈਂਡਿੰਗ ਨੋਡ ਟੂ ਈਚ ਰੋ as the third column. If the receiving node uses information from any row, the sending node ਜਿਹੜਾ ਕਿ next node ਹੋਊਗਾ root ਦੇ ਵਿੱਚ। The receiving node needs to compare each row of the old table। ਨਵਾਂ ਟੇਬਲ ਜਿਹੜਾ ਆਪਾਂ ਇਹਦਾ modified ਟੇਬਲ ਹੈ ਤੇ old ਟੇਬਲ ਉਹਨੂੰ ਆਪਾਂ ਕੰਪੇਅਰ ਕਰਾਂਗੇ, ਔਰ ਜਿਹੜੀ smallest ਵੈਲਿਊ ਹੋਊਗੀ ਉਹ ਤੁਹਾਡੀ ਜਿਹੜਾ ਹੈਗਾ A ਦਾ ਅਪਡੇਟਡ ਟੇਬਲ ਬਣ ਜੂਗਾ ਤੁਹਾਡਾ। Next dynamic algorithm is link state routing. Link state routing has a different philosophy from that of distance vector routing. In link state routing, if each node in the domain has entire topology of domain, the list of nodes and links, how they are connected, including the type, cost, and condition of links, the node can use Dijastra's algorithm to build a routing table. करते हैं। ਹੁਣ ਸਭ ਤੋਂ ਪਹਿਲਾਂ ਦੇਖੋ ਲਿੰਕ ਸਟੇਟ ਰਾਊਟਿੰਗ ਦੇ ਵਿੱਚ ਆਪਾਂ ਜਿਹੜੀ ਡਾਇਗਰਾਮ ਲੈ ਲਈ, ਇਹਦੇ 'ਚ ਸਾਰੇ ਡਿਸਟੈਂਸ ਦਿੱਤੇ ਹੋਏ A to B ਡਿਸਟੈਂਸ A to ਸਭ ਦੇ ਆਪਾਂ ਕੀ ਹੈ ਰਾਊਟਿੰਗ ਟੇਬਲਸ ਕ੍ਰੀਏਟ ਕਰ ਰਹੇ ਹਾਂ। ਰਾਊਟਿੰਗ ਟੇਬਲ ਤੋਂ ਬਾਅਦ ਆਪਾਂ ਨੂੰ ਲਿੰਕ ਸਟੇਟ ਨੌਲੇਜ ਮੀਨਸ ਕਿ A ਦਾ A ਡਾਇਰੈਕਟ ਕਿਹਦੇ ਨਾਲ ਲਿੰਕ ਹੈ ਉਹਦੀ ਵੈਲਿਊ ਲਿਖਤੀ, A B ਨਾਲ ਲਿੰਕ ਹੈ ਉਹਦੀ 5 ਵੈਲਿਊ ਹੈ, A C ਨਾਲ ਲਿੰਕ ਹੈ ਉਹਦੀ 2 ਹੈ ਵੈਲਿਊ, ਔਰ A D ਦੇ ਨਾਲ ਲਿੰਕ ਹੈ ਉਹਦੀ 3 ਹੈ ਵੈਲਿਊ। ਜਿਹੜੇ ਹੈਗੇ ਆ ਇਮੀਡੀਏਟ ਨੇਬਰਸ ਨੇ ਆਪਾਂ ਉਹਨਾਂ ਦੀਆਂ ਵੈਲਿਊ ਲਿਖਦੀ, ਉਹਨੂੰ ਆਪਾਂ ਕਹਿੰਦੇ ਹਾਂ ਲਿੰਕ ਸਟੇਟ ਨੌਲੇਜ। ਨੈਕਸਟ ਸਟੈਪ ਕੀ ਹੈ ਤੁਹਾਡਾ ਬਿਲਡਿੰਗ ਲਿੰਕ ਸਟੇਟ ਪੈਕਟ। ਤਾਂ ਲਿੰਕ ਸਟੇਟ ਪੈਕਟ ਦੇ ਵਿੱਚ ਮੈਂ 2 ਟੇਬਲ ਬਣਾ ਕੇ ਦਿਖਾਏ ਹੋਏ ਆ, 2 ਐਗਜ਼ਾਮਪਲ ਹੋਈ ਹੈ। ਮੰਨ ਲਓ ਤੁਹਾਡਾ A ਹੈ, ਇਸ ਟੇਬਲ ਦੇ ਵਿੱਚ ਆਪਾਂ ਕੀ ਲਿਖਾਂਗੇ A ਜਿੱਦੋਂ ਟੇਬਲ ਬਣਾ ਰਹੇ ਹਾਂ ਆਪਾਂ, ਫਿਰ ਉਸ ਤੋਂ ਬਾਅਦ ਸੀਕੁਐਂਸ, ਉਸ ਤੋਂ ਬਾਅਦ ਉਹਦੀ ਏਜ। ਹੁਣ A ਦਾ B ਦੇ ਨਾਲ ਲਿੰਕ ਹੈ, ਉਹਦਾ ਡਿਸਟੈਂਸ ਹੈਗਾ 5, A ਦਾ C ਦੇ ਨਾਲ ਲਿੰਕ ਹੈ, ਉਹਦਾ ਡਿਸਟੈਂਸ ਹੈਗਾ 2, A ਦਾ D ਦੇ ਨਾਲ ਲਿੰਕ ਹੈ, ਉਹਦਾ ਡਿਸਟੈਂਸ ਹੈਗਾ 3। ਇਵੇਂ B ਦੇ ਵਿੱਚ ਆਪਾਂ ਟੇਬਲ ਬਣਾਇਆ, ਉਹਦਾ ਸੀਕੁਐਂਸ ਏਜ ਲਿਖੀ, B ਦਾ A ਤੋਂ 5 ਡਿਸਟੈਂਸ ਹੈ, B ਦਾ C ਤੋਂ 4 ਹੈ, ਔਰ B ਦਾ E ਤੋਂ 3 ਹੈ। ਇਵੇਂ ਆਪਾਂ ਸਾਰੇ ਜਿਹੜੇ ਰਾਊਟਰਸ ਆ ਸਭ ਦੇ ਟੇਬਲਸ ਬਣਾ ਲੈਂਦੇ ਹਾਂ। ਹੁਣ ਸੀਕੁਐਂਸ ਕੀ ਹੈ? ਸੀਕੁਐਂਸ ਕੀ ਹੈ? ਹਰੇਕ ਪੈਕਟ ਦੇ ਵਿੱਚ ਸੀਕੁਐਂਸ ਨੰਬਰ ਆਊਗਾ। ਸੀਕੁਐਂਸ ਨੰਬਰ ਨੇ ਆਪਾਂ ਨੂੰ ਕੀ ਦੱਸਣਾ ਹੈ ਕਿ ਹਾਊ ਮੈਨੀ ਟਾਈਮਸ ਦਿਸ ਪੈਕਟ ਹੈਜ਼ ਬੀਨ ਸੈਂਟ, ਕਿੰਨੀ ਵਾਰ ਇਹ ਪੈਕਟ ਜਿਹੜਾ ਹੈਗਾ ਭੇਜਿਆ ਜਾ ਚੁੱਕਿਆ। ਔਰ ਉਸ ਤੋਂ ਬਾਅਦ ਆਦੀ ਏਜ ਦਾ ਕੀ ਹੈ? ਏਜ ਕੀ ਹੈ? ਲਾਈਫ ਹੈ ਪੈਕਟ ਦੀ, ਲਾਈਫ ਆਫ ਪੈਕਟ ਮੀਨ ਕਿ ਹਰ ਆਪਾਂ ਜਦੋਂ ਪਾਸ ਕਰਦੇ ਹਾਂ ਆਫਟਰ ਪਾਸਿੰਗ ਬਾਈ 1 ਹੋਪ, ਜਿਵੇਂ ਆਪਾਂ ਇੱਕ ਹੋਪ ਤੋਂ ਜਿਹੜਾ ਪੈਕਟ ਪਾਸ ਹੋਈ ਜਾਂਦਾ ਇਹਦੀ ਵੈਲਿਊ ਜਿਹੜੀ ਹੈਗੀ ਹੈ ਡਿਕਰੀਮੈਂਟ ਹੋਈ ਜਾਂਦੀ ਹੈ ਬਾਈ 1। ਹੁਣ ਆਪਾਂ ਲਿੰਕ ਸਟੇਟ ਪੈਕਟਸ ਬਣਾਉਣੇ ਕਿਉਂ ਹੈ, ਕਦੋਂ ਬਣਾਉਣੇ ਆ? ਇੱਕ ਤਾਂ ਪੀਰੀਓਡਿਕਲੀ ਰੈਗੂਲਰ ਇੰਟਰਵਲ 'ਤੇ ਮਤਲਬ ਕਿ ਥੋੜ੍ਹੀ ਦੇਰ ਬਾਅਦ ਆਪਣੇ ਆਪ ਕ੍ਰੀਏਟ ਹੋ ਹੀ ਜਾਣੇ ਆ। ਦੂਸਰਾ ਕੀ ਹੈ? ਵੈਨ ਸਮ ਸਿਗਨੀਫਿਕੈਂਟ ਈਵੈਂਟ ਅਕਰਸ, ਮਤਲਬ ਕਿ ਨੈਟਵਰਕ ਦੇ ਵਿੱਚ ਕਿਤੇ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਫਿਰ ਦੁਬਾਰਾ ਆਪਣੇ ਆਪ ਲਿੰਕ ਸਟੇਟ ਪੈਕਟਸ ਬਣਨੇ ਸ਼ੁਰੂ ਹੋ ਜਾਣਗੇ। ਤਾਂ 2 ਵਾਰ ਆਪਾਂ ਜਿਹੜੇ ਲਿੰਕ ਸਟੇਟ ਪੈਕਟਸ ਬਣਾਉਂਦੇ ਆ, ਇੱਕ ਤਾਂ ਰੈਗੂਲਰ ਇੰਟਰਵਲਸ 'ਤੇ ਆਪਣੇ ਆਪ ਕ੍ਰੀਏਟ ਹੁੰਦੇ ਰਹਿੰਦੇ ਥੋੜ੍ਹੀ ਦੇਰ ਬਾਅਦ। ਉਸ ਤੋਂ ਬਾਅਦ ਕੀ ਹੈ? ਜਾਂ ਫਿਰ ਕੋਈ ਵੀ ਨੈਟਵਰਕ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ, ਕੋਈ ਨੈਟਵਰਕ ਦੇ ਵਿੱਚ ਲਾਈਨ ਡਿਸਕਨੈਕਟ ਹੋ ਜਾਂਦੀ ਹੈ, ਤਾਂ ਆਪਣੇ ਆਪ ਜਿਹੜੇ ਤੁਹਾਡੇ ਹੈਗੇ ਲਿੰਕ ਸਟੇਟ ਪੈਕਟਸ ਜਿਹੜੇ ਆ ਕ੍ਰੀਏਟ ਹੋ ਜਾਣੇ ਆ। ਨੈਕਸਟ ਸਟੈਪ ਕੀ ਆ? ਹੁਣ ਆਪਾਂ ਲਿੰਕ ਸਟੇਟ ਪੈਕਟਸ ਬਣਾ ਲਏ, ਹੁਣ ਆਪਾਂ ਲਿੰਕ ਸਟੇਟ ਪੈਕਟਸ ਨੂੰ ਡਿਸਟਰੀਬਿਊਟ ਕਰਨਾ। ਡਿਸਟਰੀਬਿਊਟ ਕਰਨ ਲਈ ਕੀ ਹੈ? ਸਭ ਤੋਂ ਪਹਿਲਾਂ ਆਪਾਂ ਫਲੱਡਿੰਗ ਯੂਜ਼ ਕਰਾਂਗੇ। ਫਲੱਡਿੰਗ ਵੀ ਆਪਾਂ ਸਟੈਟਿਕ ਐਲਗੋਰਿਦਮ ਦੇ ਵਿੱਚ ਫਲੱਡਿੰਗ ਮੈਥਡ ਕਰ ਚੁੱਕੇ ਹਾਂ। ਫਲੱਡਿੰਗ ਦਾ ਤੁਹਾਨੂੰ ਪਤਾ ਹੀ ਹੈ, ਫਲੱਡਿੰਗ ਦੇ ਵਿੱਚ ਕੀ ਹੁੰਦਾ ਹੈ, ਹਰੇਕ ਪੈਕਟ ਨੂੰ ਆਪਾਂ ਹਰੇਕ ਲਾਈਨ 'ਤੇ ਭੇਜਣਾ ਹੁੰਦਾ, ਸਿਰਫ ਉਸ ਲਾਈਨ ਨੂੰ ਛੱਡ ਕੇ ਜਿਸ ਤੋਂ ਉਹ ਆਇਆ ਬਾਕੀ ਸਾਰੀਆਂ ਲਾਈਨਸ 'ਤੇ ਉਹਨੂੰ ਕੀ ਹੈ ਤੁਸੀਂ ਸੈਂਡ ਕਰਨਾ ਹੁੰਦਾ। ਤਾਂ ਸਭ ਤੋਂ ਪਹਿਲਾਂ ਜਿਹੜਾ ਕੀ ਹੈ ਫਲੱਡਿੰਗ ਯੂਜ਼ ਕਰਾਂਗੇ ਡਿਸਟਰੀਬਿਊਟ ਕਰਨ ਲਈ ਲਿੰਕ ਸਟੇਟ ਪੈਕਟ ਨੂੰ ਸਾਰੇ ਰਾਊਟਰਸ 'ਤੇ, ਤਾਂ ਕਿ ਉਹ ਜਿਹੜਾ ਪੈਕਟ ਹੈ ਸਾਰੇ ਰਾਊਟਰਸ 'ਤੇ ਪਹੁੰਚ ਜਾਵੇ। ਟੂ ਕੀਪ ਦਾ ਫਲੱਡ ਇਨ ਚੈੱਕ ਚੈੱਕ ਕਰਨ ਲਈ ਕਿ ਆਪਣਾ ਪ੍ਰੋਪਰ ਹੋ ਰਿਹਾ, ਤਾਂ ਆਪਾਂ ਹਰੇਕ ਪੈਕਟ ਦੇ ਵਿੱਚ ਕੀ ਹੈ ਇੱਕ ਸੀਕੁਐਂਸ ਨੰਬਰ ਨਾਲ ਦਾ ਜਿਹੜਾ ਸੀਕੁਐਂਸ ਨੰਬਰ ਹੈ ਇੰਕਰੀਮੈਂਟ ਹੋਈ ਜਾਊਗਾ ਹਰੇਕ ਪੈਕਟ ਜਦੋਂ ਪੈਕਟ ਸੈਂਡ ਹੋਈ ਜਾਊਗਾ। ਅਤੇ ਰਾਊਟਰਸ ਨੇ ਕੀ ਕਰਨਾ ਹੈ, ਜਿੰਨੇ ਵੀ ਸੋਰਸ ਰਾਊਟਰ ਹੈ ਜਿੱਥੋਂ ਵੀ ਪੈਕਟ ਆ ਰਹੇ ਆ ਅਤੇ ਸੀਕੁਐਂਸ ਨੰਬਰ ਹੈ ਉਹਦੀ ਸਾਰੀ ਇਨਫੋਰਮੇਸ਼ਨ ਆਪਦੇ ਵਿੱਚ ਸਟੋਰ ਰੱਖਣੀ ਹੈ। ਜਦੋਂ ਵੀ ਨਵਾਂ ਲਿੰਕ ਜਿਹੜਾ ਆਉਂਦਾ ਹੈ ਤਾਂ ਉਹਨੂੰ ਚੈੱਕ ਕੀਤਾ ਜਾਊਗਾ ਅਗੇਂਸਟ ਕਿਹਦੇ? ਅਗੇਂਸਟ ਲਿਸਟ ਆਫ ਪੈਕਟਸ ਜਿਹੜੇ ਆਲਰੇਡੀ ਤੁਹਾਡੇ ਕੋਲ ਪਏ ਆ। ਅਗਰ ਤਾਂ ਉਹ ਨਿਊ ਹੈ ਤਾਂ ਉਹਨੂੰ ਆਪਾਂ ਅੱਗੇ ਫਾਰਵਰਡ ਕਰ ਦਾਂਗੇ ਸਾਰੀਆਂ ਲਾਈਨਸ 'ਤੇ, ਸਿਰਫ ਉਹਨੂੰ ਛੱਡ ਕੇ ਜਿੱਥੋਂ ਇਹ ਆਇਆ ਹੈ ਬਾਕੀ ਸਾਰੀ ਲਾਈਨਸ 'ਤੇ ਤੁਸੀਂ ਫਾਰਵਰਡ ਕਰ ਦੋਗੇ। ਜੇ ਉਹ ਡੁਪਲੀਕੇਟ ਹੈ ਤਾਂ ਉਹ ਕੀ ਹੋ ਜਾਊਗਾ? ਡਿਸਕਾਰਡ ਹੋ ਜਾਊਗਾ। ਹੁਣ ਆਪਾਂ ਦੇਖੋ ਸਾਰੇ ਜਦੋਂ ਆਪਾਂ ਸਾਰੇ ਇਹ ਸਟੈਪਸ ਕਰ ਲਏ ਉਸ ਤੋਂ ਬਾਅਦ ਆਪਾਂ ਰਾਊਟਿੰਗ ਟੇਬਲਸ ਬਣਾਉਣੇ ਆ। ਇਹਦੇ 4 ਸਟੈਪਸ ਨੇ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੱਤਾ ਕਿ ਲਿੰਕ ਸਟੇਟ ਪੈਕਟਸ ਬਣਾਈਦੇ ਆ। ਲਿੰਕ ਸਟੇਟ ਬਣਾ ਕੇ ਪੈਕਟਸ ਬਣਾ ਕੇ ਤੁਸੀਂ ਉਹਦੀ ਡਿਸੈਮੀਨੇਸ਼ਨ ਕਰਨੀ, ਮੀਨਸ ਉਹਨੂੰ ਡਿਸਟਰੀਬਿਊਟ ਕਰਨਾ ਹੈ
ਕਿਹਦੇ ਨਾਲ, ਫਲੱਡਿੰਗ ਦੇ ਨਾਲ। ਫਿਰ ਉਸ ਤੋਂ ਬਾਅਦ ਫਲੱਡਿੰਗ ਤੋਂ ਬਾਅਦ ਕੀ ਕਰਨਾ, ਤੁਸੀਂ ਸ਼ਾਰਟੈਸਟ ਪਾਥ ਜਿਹੜਾ ਹੈਗਾ ਐਲਗੋਰਿਦਮ ਲਗਾਉਣਾ ਤੇ ਸ਼ਾਰਟੈਸਟ ਪਾਥ ਕੈਲਕੂਲੇਟ ਕਰਕੇ ਤੁਸੀਂ ਰਾਊਟਿੰਗ ਟੇਬਲ ਉਹਦੇ ਅਕੋਰਡਿੰਗਲੀ ਸ਼ਾਰਟੈਸਟ ਰੂਟ ਜਿਹੜਾ ਹੈਗਾ ਕੈਲਕੂਲੇਟ ਕਰ ਲੈਣਾ ਹੈ। ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਅਗਲਾ ਸਟੈਪ ਤੁਹਾਡਾ ਕੀ ਹੈ, ਡਿਸਗਾਸਟਰ ਐਲਗੋਰਿਦਮ, ਜਿਵੇਂ ਤੁਸੀਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਸਟੈਟਿਕ ਦੇ ਵਿੱਚ। ਤੁਸੀਂ ਉਹੀ ਐਲਗੋਰਿਦਮ ਲਗਾ ਕੇ ਤੁਸੀਂ ਸ਼ਾਰਟੈਸਟ ਰੂਟ ਜਿਹੜਾ ਹੈਗਾ ਫਾਊਂਡ ਕਰ ਦੇਣਾ। ਜਿਵੇਂ ਹੁਣ ਤੁਹਾਡਾ ਆਹ ਵਾਲਾ ਨੈਟਵਰਕ ਹੈ, ਇਹਦੇ 'ਚ 5 ਨੋਡਸ ਨੇ A B C D E। ਸਭ ਤੋਂ ਪਹਿਲਾਂ ਆਪਾਂ ਸਟਾਰਟ ਕੀਤਾ ਰੂਟ A, ਤਾਂ ਆਪਾਂ ਮੂਵ ਕਰਤਾ A ਨੂੰ ਟੈਂਟੇਟਿਵ ਲਿਸਟ ਦੇ ਵਿੱਚ, ਮਤਲਬ ਕਿ ਆਪਾਂ A ਤੋਂ ਸਟਾਰਟ ਕਰ ਰਹੇ ਹਾਂ। ਹੁਣ ਆਪਾਂ ਮੂਵ ਕਰਨਾ A ਨੂੰ ਪਰਮਾਨੈਂਟ ਲਿਸਟ ਦੇ ਵਿੱਚ, ਤੇ B C D ਜਿਹੜੇ ਹੈਗੇ ਉਹਦੇ ਇਮੀਡੀਏਟ ਨੇਬਰਸ ਹੈ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਕੀ ਕਰਨਾ ਹੈ, ਟੈਂਟੇਟਿਵ ਲਿਸਟ ਦੇ ਵਿੱਚ ਪਾ ਦੇਣਾ ਹੈ। ਉਸ ਤੋਂ ਬਾਅਦ C ਨੂੰ ਤੁਸੀਂ ਪਰਮਾਨੈਂਟ 'ਚ ਲੈ ਜਾਣਾ, ਤੇ C ਦੇ ਨਾਲ ਕੀ ਅਟੈਚ ਹੈਗਾ, E ਜਿਹੜਾ ਹੈਗਾ ਡਾਇਰੈਕਟ ਲਿੰਕ ਹੈ, ਤਾਂ E ਨੂੰ ਤੁਸੀਂ ਟੈਂਟੇਟਿਵ ਲਿਸਟ ਦੇ ਵਿੱਚ ਪਾ ਦੇਣਾ ਹੈ। ਫਿਰ ਉਸ ਤੋਂ ਬਾਅਦ ਮੂਵ ਕਰਨਾ ਤੁਸੀਂ D ਨੂੰ ਪਰਮਾਨੈਂਟ ਲਿਸਟ ਦੇ ਵਿੱਚ ਲੈ ਆਉਣਾ, ਤਾਂ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ B ਨੂੰ ਪਰਮਾਨੈਂਟ ਲਿਸਟ ਲਿਆਉਣਾ। ਫਿਰ ਉਸ ਤੋਂ ਬਾਅਦ ਤੁਹਾਡਾ ਲਾਸਟ ਸਟੈਪ ਆ ਗਿਆ, ਤੁਸੀਂ E ਨੂੰ ਪਰਮਾਨੈਂਟ ਲਿਸਟ ਲਿਆਉਣਾ, ਤੇ ਉਸ ਤੋਂ ਬਾਅਦ ਜਿਹੜੀ ਟੈਂਟੇਟਿਵ ਲਿਸਟ ਕੀ ਹੋ ਜੂਗੀ, ਐਮਪਟੀ ਹੋ ਗਈ, ਮਤਲਬ ਕਿ ਤੁਹਾਡੇ ਕੋਲ ਸ਼ਾਰਟੈਸਟ ਪਾਥ ਨਿਕਲ ਗਿਆ। ਤਾਂ ਇਹਦੇ ਨਾਲ ਤੁਹਾਡਾ ਕੀ ਹੈ, ਲਿੰਕ ਸਟੇਟ ਰਾਊਟਿੰਗ ਐਲਗੋਰਿਦਮ ਜਿਹੜਾ ਹੈਗਾ ਇੱਥੇ ਹੀ ਫਿਨਿਸ਼ ਹੋ ਜਾਂਦਾ ਹੈ, ਮੀਨਸ ਤੁਹਾਡੇ ਕੋਲ ਸ਼ਾਰਟੈਸਟ ਪਾਥ ਫਾਈਂਡ। ਥੈਂਕਸ ਫॉर ਵਾਚਿੰਗ ਦਿਸ ਵੀਡੀਓ।